ਆਪਾਂ ਪਲੱਸ 2 ਦੇ ਲਈ ਸਪੈਸ਼ਲੀ PSCB ਸਟੂਡੈਂਟਸ ਦੇ ਲਈ ਇੱਕ ਮੈਥ ਦੀ ਇੱਕ ਸੀਰੀਜ਼ ਸਟਾਰਟ ਕੀਤੀ ਸੀ ਜਿਹਦੇ ਵਿੱਚ ਆਪਾਂ ਸਿਰਫ ਇੰਪੋਰਟੈਂਟ ਕੁਐਸਚਨਸ ਡਿਸਕਸ ਕਰ ਰਹੇ ਹਾਂ ਪੇਪਰ ਦੇ ਲਈ ਜੋ ਇੰਪੋਰਟੈਂਟ ਕੁਐਸਚਨਸ ਨੇ। ਤਾਂ ਆਪਾਂ ਅੱਜ ਆਪਣੇ ਕੋਲ ਡੇ 2 ਹੈ। ਅੱਜ ਆਪਾਂ ਨੈਕਸਟ ਕੁਐਸਚਨਸ ਨੇ ਜਿਹੜੇ ਡਿਸਕਸ ਕਰਾਂਗੇ। ਆਪਾਂ ਚੈਪਟਰ ਸਟਾਰਟ ਕੀਤਾ ਰਿਲੇਸ਼ਨਸ ਐਂਡ ਫੰਕਸ਼ਨਸ। ਉਸੇ ਚੈਪਟਰ ਦਾ ਆਪਣੇ ਕੋਲ ਇੱਕ ਕੁਐਸਚਨ ਆਪਾਂ ਡਿਸਕਸ ਕੀਤਾ ਸੀ। ਨੈਕਸਟ ਕੁਐਸਚਨਸ ਆਪਾਂ ਡਿਸਕਸ ਕਰਾਂਗੇ ਹੁਣ। ਤਾਂ ਇਹ ਆਪਣੇ ਕੋਲ ਕੀ ਹੈ, ਪ੍ਰੂਵ ਦੈਟ ਦੀ ਫੰਕਸ਼ਨ f(r)(r) इज़ 1 1 एंड ऑन टू। ठीक है, r(r) ਦਾ ਮਤਲਬ ਕੀ ਹੈ? ਪਹਿਲਾਂ r(r) ਦਾ ਮਤਲਬ ਰੀਅਲ ਨੰਬਰਸ। x ਦੀ ਵੈਲਿਊ ਵੀ ਰੀਅਲ ਪੁੱਟ ਕਰਾਂਗੇ ਤੇ y ਜਿਹੜਾ ਆਪਣੇ ਕੋਲ ਆਨਸਰ ਆ ਰਿਹਾ ਉਹ ਵੀ ਕੀ ਹੋਊਗਾ? ਰੀਅਲ ਟੂ ਰੀਅਲ ਦਾ ਫੰਕਸ਼ਨ ਹੈ। x ਵੀ ਰੀਅਲ, y ਵੀ ਰੀਅਲ। ਆਪਾਂ 1 1 ਐਂਡ ਔਨ ਟੂ ਪ੍ਰੂਵ ਕਰਨੇ ਆ। 1 1 ਐਂਡ ਔਨ ਟੂ 'ਚ ਆਪਾਂ ਨੇ ਪ੍ਰੂਵ ਕੀ ਕਰਨਾ ਹੁੰਦਾ? ਜਦੋਂ 1 1 ਪ੍ਰੂਵ ਕਰਨਾ ਉਦੋਂ ਆਪਾਂ ਇਹ ਪ੍ਰੂਵ ਕਰਨਾ ਹੈ ਵੀ ਅਗਰ fx1 ਤੇ fx2 ਦੀ ਵੈਲਿਊ ਇਕੁਅਲ ਹੈ, ਮਤਲਬ x1 x2 ਕੋਈ ਵੀ ਦੋ ਨੰਬਰਸ ਨੇ ਰੀਅਲ ਨੰਬਰਸ ਨੂੰ ਬਿਲੋਂਗ ਕਰਦੇ, ਅਗਰ ਇਹ ਦੋਨੋਂ ਇਕੁਅਲ ਨੇ ਤਾਂ ਜ਼ਰੂਰ x1 ਤੇ x2 ਵੀ ਕੀ ਹੋਣਗੇ? ਆਪਸ ਦੇ ਵਿੱਚ ਇਕੁਅਲ ਹੋਣਗੇ। ਇਹ ਚੀਜ਼ ਆਪਾਂ 1 1 'ਚ ਪ੍ਰੂਵ ਕਰਨੀ ਹੁੰਦੀ ਹੈ। ਤਾਂ ਆਪਾਂ ਕੀ ਲੈ ਕੇ ਚੱਲਾਂਗੇ? ਪਹਿਲਾਂ ਆਪਾਂ ਸਪੋਜ਼ x1 x2 ਦੋ ਨੰਬਰਸ ਨੇ, ਕੋਈ ਵੀ ਰੀਅਲ ਨੰਬਰਸ ਨੂੰ ਬਿਲੋਂਗ ਕਰ ਰਹੇ ਨੇ, ਤਾਂ fx1 fx2 ਦੇ ਇਕੁਅਲ ਆਪਾਂ ਲੈ ਕੇ ਚੱਲਾਂਗੇ। ਪ੍ਰੂਵ ਆਪਾਂ ਨੇ ਕਰਨਾ ਵੀ x1 x2 ਦੇ ਇਕੁਅਲ ਹੈ। fx ਦੀ ਵੈਲਿਊ ਕੀ ਹੈ? fx plus 5x plus 3/4। ਜਦੋਂ ਆਪਾਂ fx1 ਕੱਢਣਾ ਹੈ ਤਾਂ x ਦੀ ਜਗ੍ਹਾ 'ਤੇ ਆਪਾਂ ਕੀ ਪੁੱਟ ਕਰ ਦਾਂਗੇ? x1। ਤੇ ਜਦੋਂ ਆਪਾਂ fx2 ਕੱਢਣਾ ਉਦੋਂ x ਦੀ ਜਗ੍ਹਾ 'ਤੇ ਕੀ ਪੁੱਟ ਕਰ ਦਾਂਗੇ? x2। ਠੀਕ ਹੈ, ਤਾਂ ਇਹ ਆਪਣੇ ਕੋਲ ਫੰਕਸ਼ਨਸ ਆ ਗਏ। fx1 plus 3/4 ਇਜ਼ ਇਕੁਅਲ ਟੂ 5x2 plus 3/4। 5x1 plus 3/4 ਇਜ਼ ਇਕੁਅਲ ਟੂ 5x2 plus 3/4। ਆਪਾਂ ਕੁਛ ਨਹੀਂ ਕੀਤਾ, fx ਦੇ ਵਿੱਚ ਇੱਕ ਵਾਰੀ x1 ਪੁੱਟ ਕਰਤਾ, ਇੱਕ ਵਾਰੀ x2 ਪੁੱਟ ਕਰਤਾ। ਅਗਰ ਇਹਨਾਂ ਨੂੰ ਸੋਲਵ ਕਰਾਂਗੇ, ਦੇਖੋ 4 ਨਾਲ 4 ਕੱਟ ਜਾਏਗਾ, ਕੀ ਆ ਜਾਊਗਾ? 5x1 plus 3 ਇਜ਼ ਇਕੁਅਲ ਟੂ 5x2 plus 3। ਇਹ 3 ਉੱਧਰ ਮਾਈਨਸ ਚਲਾ ਜਾਊਗਾ, ਕੱਟ ਜਾਏਗਾ, ਤਾਂ ਕੀ ਆ ਜਾਊਗਾ? 5x1 ਇਜ਼ ਇਕੁਅਲ ਟੂ 5x2। ਤਾਂ 5x1 5x2 ਦੇ ਇਕੁਅਲ ਆ ਗਿਆ, 5 ਨਾਲ 5 ਕੱਟ ਜਾਊਗਾ, ਕੀ ਆ ਜਾਊਗਾ? x1 ਇਜ਼ ਇਕੁਅਲ ਟੂ x2। ਤਾਂ ਫੰਕਸ਼ਨ ਕੀ ਹੋ ਗਿਆ? 1 1। ਕਿਉਂਕਿ 1 1 ਲਈ ਇਹੀ ਚੀਜ਼ ਪ੍ਰੂਵ ਕਰਨੀ ਹੈ ਕਿ ਅਗਰ fx1 fx2 ਦੇ ਇਕੁਅਲ ਹੈ ਤਾਂ x1 ਵੀ x2 ਦੇ ਇਕੁਅਲ ਹੋਊਗਾ। ਉਸ ਤੋਂ ਬਾਅਦ ਔਨ ਟੂ ਪ੍ਰੂਵ ਕਰਨਾ। ਔਨ ਟੂ ਲਈ ਕੀ ਕਰਨਾ ਹੁੰਦਾ? ਅਗਰ y ਰੀਅਲ ਨੰਬਰਸ ਨੂੰ ਬਿਲੋਂਗ ਕਰਦਾ ਹੈ ਤਾਂ ਅਗਰ x ਵੀ ਰੀਅਲ ਨੰਬਰਸ ਨੂੰ ਬਿਲੋਂਗ ਕਰੂਗਾ ਤੇ fx ਦੀ ਵੈਲਿਊ y ਦੇ ਇਕੁਅਲ ਹੋਊਗੀ। ਇਹ ਚੀਜ਼ ਆਪਾਂ ਪ੍ਰੂਵ ਕਰਨੀ ਹੁੰਦੀ ਹੈ। ਤਾਂ ਆਪਣੇ ਕੋਲ ਫੰਕਸ਼ਨ ਕੀ ਹੋ ਜਾਊਗਾ? ਔਨ ਟੂ। ਪਹਿਲਾਂ fx ਇਜ਼ ਇਕੁਅਲ ਟੂ y ਹੈ, y ਕੀ ਹੈ? ਕੋਈ ਵੀ ਰੀਅਲ ਨੰਬਰ। ਤਾਂ ਆਪਣੇ ਕੋਲ fx ਇਜ਼ ਇਕੁਅਲ ਟੂ y। fx ਦੀ ਵੈਲਿਊ ਕੀ ਹੈ? 5x plus 3/4। ਠੀਕ ਹੈ, ਇਹਨੂੰ ਸੋਲਵ ਕਰਾਂਗੇ, 4 ਕ੍ਰੋਸ ਮਲਟੀਪਲਾਈ ਹੋ ਜਾਊਗਾ। 5x plus 3 ਇਜ਼ ਇਕੁਅਲ ਟੂ 4y। ਤਾਂ ਇਹਨੂੰ ਸੋਲਵ ਕਰਾਂਗੇ, 5x ਇਜ਼ ਇਕੁਅਲ ਟੂ 4y ਮਾਈਨਸ 3, x ਇਜ਼ ਇਕੁਅਲ ਟੂ 4y ਮਾਈਨਸ 3/5। ਹੁਣ ਅਗਰ y ਰੀਅਲ ਹੈ, ਰੀਅਲ ਵੈਲਿਊ ਇੱਥੇ ਪੁੱਟ ਕਰਾਂਗੇ। ਇਹਨੂੰ ਸੋਲਵ ਕਰਕੇ ਚਾਹੇ ਫਰੈਕਸ਼ਨ 'ਚ ਆਵੇ, ਚਾਹੇ ਇੰਟੀਜ਼ਰ ਆਵੇ, ਨੈਗੇਟਿਵ ਆਵੇ, ਪੋਜ਼ੀਟਿਵ ਆਵੇ, ਕੁਛ ਵੀ ਆਵੇ, ਆਊਗਾ ਤਾਂ ਰੀਅਲ ਨੰਬਰ ਨਾ, ਕੰਪਲੈਕਸ ਤਾਂ ਨਹੀਂ ਆ ਸਕਦਾ, ਇਮੈਜਨਰੀ ਨੰਬਰ ਤਾਂ ਨਹੀਂ ਆ ਸਕਦਾ। ਤਾਂ x ਵੀ ਕੀ ਹੋ ਗਿਆ? ਰੀਅਲ ਹੋ ਗਿਆ। ਤਾਂ ਅਗਰ y ਰੀਅਲ ਹੈ ਤਾਂ x ਵੀ ਕੀ ਆ ਗਿਆ? ਸੋਲਵ ਕਰਕੇ ਰੀਅਲ ਆ ਗਿਆ। ਇਹੀ ਚੀਜ਼ ਪ੍ਰੂਵ ਕਰਨੀ ਸੀ। ਉਸ ਤੋਂ ਬਾਅਦ ਆਪਾਂ ਇਹ ਪ੍ਰੂਵ ਕਰਨਾ ਵੀ fx ਦੀ ਵੈਲਿਊ, ਮਤਲਬ x ਦੀ ਜੋ ਇਹ ਵੈਲਿਊ ਕੱਢੀ ਆਪਾਂ ਨੇ 4y ਮਾਈਨਸ 3/5, ਆਪਾਂ f ਆਫ ਦੈਟ ਵੈਲਿਊ ਕੱਢਾਂਗੇ, ਮਤਲਬ x ਦੀ ਜਗ੍ਹਾ 'ਤੇ ਉਹ ਸਾਰੀ ਵੈਲਿਊ ਪੁੱਟ ਕਰ ਦਾਂਗੇ। ਫਿਰ ਫੰਕਸ਼ਨ ਕੀ ਹੁੰਦਾ? fx ਇਜ਼ ਇਕੁਅਲ ਟੂ 5x plus 3/4 ਹੈ ਆਪਣੇ ਕੋਲ। ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ x ਦੀ ਆ ਵੈਲਿਊ ਪੁੱਟ ਕਰ ਦਾਂਗੇ y ਦੀ ਫੋਰਮ ਦੇ ਵਿੱਚ, 4y ਮਾਈਨਸ 3/5। ਸੋਲਵ ਕਰਾਂਗੇ, 5 ਨਾਲ 5 ਕੱਟ ਜੂਗਾ, 4y ਮਾਈਨਸ 3 plus 3/4, 3 ਨਾਲ 3 ਕੱਟ ਜੂਗਾ। ਸੋਲਵ ਕਰਕੇ ਆਪਣੇ ਕੋਲ ਕੀ ਆ ਗਿਆ? y। ਤਾਂ ਅਗਰ ਆਪਾਂ ਨੇ y ਰੀਅਲ ਲੈ ਕੇ ਚੱਲੇ ਸੀ, x ਰੀਅਲ ਆ ਗਿਆ, ਤੇ x ਦੀ ਜੋ y ਦੀ ਫੋਰਮ 'ਚ ਵੈਲਿਊ ਆਈ ਹੈ ਫੰਕਸ਼ਨ 'ਚੋਂ ਪੁੱਟ ਕਰਕੇ ਆਂਸਰ ਵੀ ਕੀ ਆ ਗਿਆ? y। ਤਾਂ ਇਹ ਕੀ ਹੋ ਗਿਆ? ਔਨ ਟੂ। ਤਾਂ ਫੰਕਸ਼ਨ 1 1 ਵੀ ਹੋ ਗਿਆ, ਔਨ ਟੂ ਵੀ ਹੋ ਗਿਆ। ਇਹ ਮੈਥਡ ਹੈ ਕਿਸ ਤਰੀਕੇ ਨਾਲ ਆਪਾਂ ਨੇ ਫੰਕਸ਼ਨ ਨੂੰ 1 1 ਤੇ ਔਨ ਟੂ ਪ੍ਰੂਵ ਕਰਨਾ। ਕੋਈ ਵੀ ਹੋਰ ਨੰਬਰ ਆ ਗਿਆ ਆਪਣੇ ਕੋਲ, ਜਿਵੇਂ ਕੋਈ ਵੀ ਫੰਕਸ਼ਨ ਆ ਗਿਆ 3x plus 7, ਵੇ ਸੇਮ ਹੈ, ਆਪਾਂ ਉਵੇਂ ਕਰਨਾ। 1 1 ਪ੍ਰੂਵ ਕਰਨ ਲਈ fx1 ਇਜ਼ ਇਕੁਅਲ ਟੂ fx2 ਲੈ ਕੇ ਚੱਲ ਪਾਂਗੇ, ਤੇ ਔਨ ਟੂ ਪ੍ਰੂਵ ਕਰਨ ਲਈ ਸਾਰਾ ਇਹ ਪ੍ਰੋਸੀਜਰ ਹੈ ਜੋ ਆਪਾਂ ਉਸ ਤਰੀਕੇ ਨਾਲ ਕਰਨਾ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ, fx ਤੇ gx ਦਿੱਤੇ ਹੋਏ ਨੇ, ਆਪਾਂ ਨੇ ਇੱਕ ਵਾਰੀ f ਆਫ g ਕੱਢਣਾ, g ਆਫ f ਕੱਢਣਾ। ਇਹ ਕਿਵੇਂ ਕੱਢਣਾ? ਦੇਖ, f ਆਫ g ਕੱਢਣ ਲਈ ਆਪਾਂ ਕੀ ਕਰਾਂਗੇ? ਇਸ ਤਰੀਕੇ ਨਾਲ ਲਿਖ ਲਾਂਗੇ, f ਨੂੰ ਬਾਹਰ ਐਜ਼ ਇਟ ਇਜ਼, gx ਦੀ ਵੈਲਿਊ ਪੁੱਟ ਕਰਾਂਗੇ। gx ਆਪਣੇ ਕੋਲ ਕੀ ਹੈ? e ਦੀ ਪਾਵਰ x। ਹੁਣ ਆਪਣੇ ਕੋਲ ਜੋ fx ਹੈ ਉਹ ਕਾਹਦੇ ਇਕੁਅਲ ਹੈ? log x ਦੇ ਇਕੁਅਲ। ਇੱਥੇ f ਆਫ x ਨਹੀਂ ਹੈਗਾ, ਇੱਥੇ f ਆਫ e ਦੀ ਪਾਵਰ x ਹੈ। fx ਇਜ਼ ਇਕੁਅਲ ਟੂ log x।
ठीक है। ਆਪਾਂ ਕੀ ਕਰਾਂਗੇ fx इज इक्वल टू log x log of e ਦੀ ਪਾਵਰ x, ਕਿਉਂਕਿ ਇੱਥੇ x ਦੀ ਜਗ੍ਹਾ ਤੇ ਕੀ ਹੈ e ਦੀ ਪਾਵਰ x, ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ ਆਪਾਂ ਕੀ ਲਿਖ ਦਾਂਗੇ e ਦੀ ਪਾਵਰ x। log ਤੇ ਐਕਸਪੋਨੈਂਸ਼ੀਅਲ ਇੱਕ ਦੂਜੇ ਨੂੰ ਕੈਂਸਲ ਆਊਟ ਕਰ ਦਿੰਦੇ ਨੇ, ਆਂਸਰ ਕੀ ਆ ਜਾਊਗਾ x। मतलब ਜਿਹੜਾ ਪਿੱਛੇ ਵਾਲਾ ਫੰਕਸ਼ਨ ਹੈ ਪਹਿਲਾਂ ਉਹਦੀ ਵੈਲਿਊ ਪੁੱਟ ਕਰ ਦਿਓ, ਫਿਰ fx ਇਜ਼ ਇਕੁਅਲ ਟੂ log x ਹੈ, ਜਿੱਥੇ ਜਿੱਥੇ x ਹੈ ਉੱਥੇ ਉੱਥੇ ਜੋ ਵੈਲਿਊ ਇੱਥੇ ਪ੍ਰੈਜ਼ੈਂਟ ਹੈ ਆਪਾਂ ਉਹ ਪੁੱਟ ਕਰ ਦਾਂਗੇ। ਹੁਣ ਜਿਵੇਂ g ਆਫ fx ਕੱਢਣਾ ਹੈ, g ਆਫ fx ਪਹਿਲਾਂ fx ਦੀ ਵੈਲਿਊ ਪੁੱਟ ਕਰਾਂਗੇ, ਕਿੰਨੀ ਹੈ log x, ਫਿਰ ਆਪਣੇ ਕੋਲ gx ਕਾਹਦੇ ਇਕੁਅਲ ਹੈ e ਦੀ ਪਾਵਰ x ਦੀ, ਇੱਥੇ x ਦੀ ਜਗ੍ਹਾ ਤੇ ਕੀ ਹੈ log x, ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ ਆਪਾਂ ਕੀ ਪੁੱਟ ਕਰ ਦਾਂਗੇ log x। ਆਂਸਰ ਕੀ ਆ ਜਾਊਗਾ x, ਕਿਉਂਕਿ ਐਕਸਪੋਨੈਂਸ਼ੀਅਲ ਤੇ ਲੋਕ ਅਗੇਨ ਇੱਕ ਦੂਜੇ ਨੂੰ ਕੈਂਸਲ ਆਊਟ ਕਰ ਦਿੰਦੇ ਨੇ। ਬਸ ਕੁਝ ਨਹੀਂ ਕਰਨਾ, ਅਗਰ ਆਪਾਂ ਨੇ f ਆਫ gx ਕੱਢਣਾ ਤਾਂ ਪਹਿਲਾਂ gx ਦੀ ਵੈਲਿਊ ਪੁੱਟ ਕਰਤੀ, ਫਿਰ ਜਿੱਥੇ ਜਿੱਥੇ f ਦੀ ਵਿੱਚ x ਹੈ ਉੱਥੇ ਉੱਥੇ ਜੋ ਵੈਲਿਊ ਇੱਥੇ ਪ੍ਰੈਜ਼ੈਂਟ ਆਪਾਂ ਉਹ ਪੁੱਟ ਕਰ ਦਾਂਗੇ, ਠੀਕ ਹੈ। ਸਪੋਜ਼ ਆਪਾਂ ਨੇ f ਆਫ fx ਹੀ ਕੱਢਣਾ ਹੋਵੇ, f ਆਫ fx, ਤਾਂ ਕੀ ਲਿਖਾਂਗੇ f ਆਫ fx ਦੀ ਵੈਲਿਊ ਕਿੰਨੀ ਹੈ log x। ਹੁਣ ਆਪਣੇ ਕੋਲ fx ਕਾਹਦੇ ਇਕੁਅਲ ਸੀ log x ਦੀ, ਤਾਂ ਜਿੱਥੇ ਜਿੱਥੇ x ਹੈ ਉੱਥੇ ਉੱਥੇ ਕੀ ਪੁੱਟ ਕਰ ਦਾਂਗੇ log x, ਤਾਂ log of log x ਆਂਸਰ ਆ ਜਾਊਗਾ। ਤਾਂ ਇਹ ਆਪਣੇ ਕੋਲ ਕੁਝ ਇੰਪੋਰਟੈਂਟ ਕੁਐਸਚਨਸ ਨੇ ਚੈਪਟਰ 1 ਦੇ। ਕਲਾਸ ਦੇ ਵਿੱਚ ਆਪਾਂ ਚੈਪਟਰ 2 ਦੇ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ, ਫਿਰ ਦੋਨੋਂ ਚੈਪਟਰਸ ਦੇ MCQs ਇੱਕ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ।